ਇੱਥੇ ਆ ਰਿਹਾ ਸੀ ਤੇ ਮੈਂ ਆਪਣੀ ਬਾਈਬਲ ਨੂੰ ਪੜ੍ਹ ਰਿਹਾ ਸੀ ਜਿਸ ਤਰ੍ਹਾਂ ਮੈਂ ਰੋਜ਼ ਪੜ੍ਹਦਾ ਹਾਂ ਤੇ ਪਰਮੇਸ਼ਵਰ ਮੈਨੂੰ ਨਿਰਗਮਨ ਦੇ ਵਿੱਚ ਲੈ ਕੇ ਗਿਆ। ਬਾਈਬਲ ਦੇ ਵਿੱਚ ਲਿਖਿਆ ਜਿੱਥੇ ਪਰਮੇਸ਼ਵਰ ਨੇ ਮੂਸਾ ਨੂੰ ਆਖਿਆ ਸੀ ਕਿ ਤੂੰ ਜਾ ਤੇ ਇਹਨਾਂ ਲੋਕਾਂ ਨੂੰ ਬਚਾ ਤੇ ਮੈਂ ਤੈਨੂੰ ਵੱਖਰੇ ਵੱਖਰੇ ਚਿੰਨ੍ਹ ਦੇ ਕੇ, ਨਿਸ਼ਾਨੀਆਂ ਦੇ ਕੇ ਤੇ ਸਾਮਰਥ ਦੇ ਕੇ ਭੇਜਦਾ ਹਾਂ ਕਿ ਤੂੰ ਇਸ ਐਸੇ ਰਾਜੇ ਤੋਂ ਜਿਹੜਾ ਉਹਨਾਂ ਨੂੰ ਤੰਗ ਕਰਦਾ ਸੀਗਾ ਕਿ ਜਾ ਇਹਨਾਂ ਨੂੰ ਛੁਡਾ ਤੇ ਇਹ ਭਵਿੱਖਬਾਣੀ ਪੂਰੀ ਹੋਵੇ ਜਿਹੜੀ ਮੈਂ ਆਪਣੇ ਦਾਸ ਨੂੰ ਆਖੀ ਸੀ ਕਿ 400 ਸਾਲ ਬੀਤਣ ਤੋਂ ਬਾਅਦ ਮੈਂ ਆਪਣੀ ਪ੍ਰਜਾ ਨੂੰ ਫਿਰ ਤੋਂ ਛੁਡਾ ਕੇ ਇਹਨਾਂ ਨੂੰ ਕਨਾਨ ਦੇਸ਼ ਦੇ ਵਿੱਚ ਲੈ ਕੇ ਜਾਵਾਂਗਾ। ਵਚਨ 'ਚ ਲਿਖਿਆ ਜਦੋਂ ਉਹ ਰਾਜੇ ਦੇ ਕੋਲ ਗਏ ਤੇ ਫਿਰੌਨ ਜਿਹੜਾ ਸੀ, ਰਾਜਾ ਜਿਹੜਾ ਸੀ, ਉਹ ਕਹਿੰਦਾ ਮੂਸਾ ਮੈਂ ਕਿਉਂ ਇਹਨਾਂ ਲੋਕਾਂ ਨੂੰ ਜਾਣ ਦੇਵਾਂ, ਮੈਂ ਇਹਨਾਂ ਨੂੰ ਨਹੀਂ ਜਾਣ ਦੇਵਾਂਗਾ। ਤੇ ਪਰਮੇਸ਼ਵਰ ਨੇ ਮੂਸਾ ਨੂੰ ਆਖਿਆ ਮੈਂ ਹੁਣ ਵੱਖਰੇ ਵੱਖਰੇ ਚਿੰਨ੍ਹ ਤੇ ਵੱਖਰੇ ਵੱਖਰੇ ਚਮਤਕਾਰ ਕਰਾਂਗਾ। ਤੁਸੀਂ ਜਾਣਦੇ ਹੋ ਕੀ ਹੋਇਆ ਉਸ ਤੋਂ ਬਾਅਦ? ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਉਸ ਫਿਰੌਨ ਦੇ ਉੱਤੇ ਤੇ ਉਸ ਮਿਸਰ ਦੇ ਉੱਤੇ ਵੱਖਰੀਆਂ ਵੱਖਰੀਆਂ ਵਿਪੱਤੀਆਂ ਪਾਈਆਂ। ਕਦੀ ਉਹਨਾਂ ਦੇ ਉੱਤੇ ਕੁਟਕੀਆਂ ਆਈਆਂ, ਕਦੀ ਡਾਂਸ ਆਏ, ਕਦੀ ਉਹਨਾਂ ਦੇ ਉੱਤੇ ਪੰਜਾਬੀ 'ਚ ਕਹਿੰਦੇ ਪੱਬੂ ਆਏ, ਕਦੀ ਟਿੱਡੀਆਂ ਆਈਆਂ, ਕਦੀ ਮੇਂਢਕ ਆਏ, ਕਦੀ ਡੱਡੂ ਆਏ ਔਰ ਪੂਰੇ ਦੇਸ਼ ਦਾ ਨਾਸ਼ ਹੋਇਆ। ਕਦੀ ਓਲੇ ਡਿੱਗੇ ਤੇ ਓਲਿਆਂ ਦੇ ਨਾਲ ਅੱਗ ਡਿੱਗੀ ਤੇ ਪੂਰੇ ਦੇਸ਼ ਦੇ ਜਾਨਵਰਾਂ ਦਾ ਨਾਸ਼ ਹੋਇਆ। ਕਦੀ ਹਨੇਰਾ ਛਾਇਆ ਰਿਹਾ ਤੇ ਪੂਰਾ ਦੇਸ਼ ਡਰਿਆ ਤੇ ਜਿੱਥੇ ਇਜ਼ਰਾਈਲੀ ਰਹਿੰਦੇ ਸੀ ਪਰਮੇਸ਼ਵਰ ਨੇ ਆਖਿਆ ਸੀ ਕਿ ਉਹਨਾਂ ਉੱਤੇ ਕੋਈ ਕੁੱਤਾ ਵੀ ਨਹੀਂ ਭੌਂਕੇਗਾ, ਮੈਂ ਉਹਨਾਂ ਦੀ ਰੱਖਿਆ ਕਰਾਂਗਾ ਤੇ ਦੱਸਾਂਗਾ ਕਿ ਇਜ਼ਰਾਈਲੀ ਲੋਕ ਜਿਹੜੇ ਨੇ ਵੱਖਰੇ ਨੇ। ਇਜ਼ਰਾਈਲ ਦੇ ਦੇਸ਼ ਦੇ ਨਹੀਂ, ਇਜ਼ਰਾਈਲੀ ਮਤਲਬ ਜਿਹੜੇ ਪਰਮੇਸ਼ਵਰ ਨੂੰ ਮੰਨਦੇ ਨੇ। ਤੇ ਮੈਂ ਤੁਹਾਨੂੰ ਇੱਕ ਮੈਸੇਜ ਇਹ ਦੇਣਾ ਚਾਹੁੰਦਾ ਹਾਂ ਕਿ ਜਦ ਵੀ ਤੁਸੀਂ ਪਰਮੇਸ਼ਵਰ ਨੂੰ ਮੂਸਾ ਦੇ ਨਾਲ ਗੱਲ ਕਰਦੇ ਵੇਖਿਆ, ਪਰਮੇਸ਼ਵਰ ਨੇ ਇਹ ਕਦੀ ਨਹੀਂ ਕਿਹਾ ਕਿ ਜਾ ਤੇ ਫਿਰੌਨ ਨੂੰ ਕਹਿ ਕਿ ਮੈਨੂੰ ਮੰਨੋ, ਆਪਣਾ ਧਰਮ ਪਰਿਵਰਤਨ ਕਰੋ ਤੇ ਸਿਰਫ ਮੈਨੂੰ ਆਪਣਾ ਖੁਦਾ ਮੰਨੋ। ਕਦੀ ਨਹੀਂ ਕਿਹਾ। ਬਾਈਬਲ ਪੜ੍ਹ ਕੇ ਦੇਖ ਲਓ। ਪਰਮੇਸ਼ਵਰ ਨੇ ਇਹੀ ਕਿਹਾ ਰਾਜੇ ਨੂੰ ਕਹਿ ਦੇ ਕਿ ਮੇਰੇ ਲੋਕਾਂ ਨੂੰ ਇਹ ਛੱਡ ਦੇ। ਜਦ ਤੱਕ ਇਹ ਮੇਰੇ ਲੋਕਾਂ ਨੂੰ ਤੰਗ ਕਰੇਗਾ ਮੈਂ ਇਹਨਾਂ ਨੂੰ ਤੰਗ ਕਰਾਂਗਾ। ਔਰ ਉਹਨਾਂ ਨੇ ਉਦੋਂ ਛੱਡਿਆ ਜਦੋਂ ਫਿਰੌਨ ਤੋਂ ਲੈ ਕੇ, ਉਹਦੇ ਕਰਮਚਾਰੀਆਂ ਤੋਂ ਲੈ ਕੇ, ਉਹਦੀ ਪ੍ਰਜਾ ਤੋਂ ਲੈ ਕੇ, ਉਹਦੇ ਜਾਨਵਰਾਂ ਦੇ ਸਾਰਿਆਂ ਦੇ ਵੱਡੇ ਪਹਿਲੋਠੇ, ਉਹਨਾਂ ਦੇ ਘਰ ਦਾ ਪਹਿਲਾ ਬੱਚਾ ਜਦੋਂ ਮਰਿਆ ਤੇ ਫਿਰ ਉਹਨਾਂ ਨੇ ਇਜ਼ਰਾਈਲੀਆਂ ਨੂੰ ਛੱਡਿਆ। ਅਗਰ ਪਰਮੇਸ਼ਵਰ ਨੇ ਇਹ ਗੱਲ ਅੱਜ ਤੋਂ 3300 ਸਾਲ ਪਹਿਲਾਂ ਦੀ ਹੈ, ਯਿਸੂ ਮਸੀਹ ਦੇ ਜਨਮ ਤੋਂ 1300 ਸਾਲ ਪਹਿਲਾਂ ਦੀ ਹੈ, ਅਗਰ ਪਰਮੇਸ਼ਵਰ ਨੇ ਜ਼ਬਰਦਸਤੀ ਧਰਮ ਬਦਲਣਾ ਹੁੰਦਾ ਤੇ ਉਦੋਂ ਹੀ ਉਹ ਮਿਸਰ ਨੂੰ ਕਹਿੰਦਾ ਕਿ ਹੁਣ ਤੁਸੀਂ ਸਾਰੇ ਮੈਨੂੰ ਮੰਨੋ, ਜਦ ਤੱਕ ਤੁਸੀਂ ਮੈਨੂੰ ਨਹੀਂ ਮੰਨੋਗੇ ਮੈਂ ਤੁਹਾਡੇ ਉੱਤੇ ਵਿਪੱਤੀਆਂ ਪਾਉਂਦਾ ਰਵਾਂਗਾ। ਪਰ ਵਚਨ 'ਚ ਲਿਖਿਆ ਪਰਮੇਸ਼ਵਰ ਨੇ ਕਿਹਾ ਕਿ ਮੇਰੇ ਲੋਕਾਂ ਨੂੰ ਜਾਣ ਦੇ, ਕਿਉਂਕਿ ਇਹ ਮੇਰੇ ਲੋਕ ਨੇ, ਇਹ ਆਪਣੀ ਆਰਾਧਨਾ ਕਰਨ, ਇਹ ਆਪਣੀ ਵਰਸ਼ਿਪ ਕਰਨ, ਇਹਨਾਂ ਨੂੰ ਤੰਗ ਨਾ ਕਰ। ਜਿਹੜਾ ਵਾਅਦਾ ਮੈਂ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੀਤਾ ਹੈ ਉਹ ਪੂਰਾ ਹੋਏਗਾ ਜਦੋਂ ਇਹ ਕਨਾਨ ਦੇਸ਼ ਦੇ ਵਿੱਚ ਜਾਣਗੇ, ਇਸ ਲਈ ਇਹਨਾਂ ਨੂੰ ਛੱਡ ਦੇ। ਔਰ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਜਾਣਬੁੱਝ ਕੇ ਫਿਰੌਨ ਦੇ ਮਨ ਨੂੰ ਕਠੋਰ ਕਰੀ ਰੱਖਿਆ ਤਾਂ ਕਿ ਪਰਮੇਸ਼ਵਰ ਕਹਿੰਦਾ ਮੈਂ ਆਪਣਾ ਨਾਮ ਮਹਾਨ ਕਰਾਂ ਤੇ ਆਪਣੀ ਸਾਮਰਥ ਜਿਹੜੀ ਹੈ ਉਹਨਾਂ ਦੇ ਉੱਤੇ ਪ੍ਰਗਟ ਕਰਾਂ। ਅਗਰ ਪਰਮੇਸ਼ਵਰ ਨੇ ਧਰਮ ਪਰਿਵਰਤਨ ਕਰਨਾ ਹੁੰਦਾ ਜ਼ਬਰਦਸਤੀ ਤੇ ਇੰਨੇ ਚਮਤਕਾਰ ਕਰਕੇ ਉਹਨਾਂ ਨੂੰ ਕਿਉਂ ਨਾ ਕਹਿੰਦਾ? ਉਹਨੂੰ ਕਿਹੜੀ ਸਰਕਾਰ ਦਾ ਡਰ ਸੀਗਾ? ਅੱਜ ਤੋਂ 3300 ਸਾਲ ਪਹਿਲਾਂ, ਯਿਸੂ ਮਸੀਹ ਦੇ ਜਨਮ ਤੋਂ ਵੀ 1300 ਸਾਲ ਪਹਿਲਾਂ ਆਸਮਾਨ ਤੋਂ ਅੱਗ ਬਰਸੀ ਔਰ ਨਾਲ ਏਡੇ ਏਡੇ ਵੱਡੇ ਓਲੇ ਬਰਸੇ ਜਿਹੜੇ ਕਦੀ ਵੀ ਮਿਸਰ ਦੇ ਲੋਕਾਂ ਨੇ ਮਿਸਰ ਦੀ ਨੀਂਹ ਤੋਂ ਲੈ ਕੇ ਅੱਜ ਤੱਕ ਕਦੀ ਦੇਖੇ ਨਹੀਂ ਸਨ। ਇੰਨੇ ਵੱਡੇ ਵੱਡੇ ਚਮਤਕਾਰ ਹੋਏ, ਨਦੀ ਦਾ ਪਾਣੀ ਲਹੂ ਬਣ ਗਿਆ, ਪੂਰੇ ਦੇਸ਼ ਦਾ ਟਿੱਡੀਆਂ ਭੇਜ ਕੇ ਪਰਮੇਸ਼ਵਰ ਨੇ ਸਾਰੀ ਫਸਲ ਦਾ ਨਾਸ਼ ਕੀਤਾ। ਲੇਕਿਨ ਵਚਨ 'ਚ ਲਿਖਿਆ ਇੱਕ ਵੀ ਵਾਰ ਪਰਮੇਸ਼ਵਰ ਨੇ ਇਹ ਨਹੀਂ ਆਖਿਆ ਜ਼ਬਰਦਸਤੀ ਕਿ ਮੈਨੂੰ ਮੰਨੋ। ਵਚਨ ਦੇ ਵਿੱਚ ਲਿਖਿਆ ਮਰਕੁਸ 10 ਉਹਦੀ 46 ਤੋਂ 52 ਦੇ ਵਿੱਚ ਕਿ ਇੱਕ ਅੰਨਾ ਸੀਗਾ, ਜਦੋਂ ਉਹਨੂੰ ਪਤਾ ਲੱਗਾ ਕਿ ਪ੍ਰਭੂ ਯਿਸੂ ਮਸੀਹ ਇਸ ਜਗ੍ਹਾ ਤੋਂ ਜਾ ਰਹੇ ਨੇ ਤੇ ਵਚਨ 'ਚ ਲਿਖਿਆ ਪੁਕਾਰ ਕੇ ਯਿਸੂ ਨੂੰ ਕਹਿਣ ਲੱਗਾ, ਹੇ ਦਾਊਦ ਦੀ ਸੰਤਾਨ ਮੇਰੇ ਉੱਤੇ ਦਇਆ ਕਰ। ਤੇ ਯਿਸੂ ਮਸੀਹ ਨੇ ਪਤਾ ਕੀ ਕੀਤਾ? ਯਿਸੂ ਮਸੀਹ ਨੇ ਉਹਨੂੰ ਇਗਨੋਰ ਕਰ ਦਿੱਤਾ, ਉਹਨੂੰ ਛੱਡ ਦਿੱਤਾ। ਤੇ ਬਾਈਬਲ 'ਚ ਲਿਖਿਆ ਫਿਰ ਉਹ ਹੋਰ ਜ਼ੋਰ ਦੀ ਪੁਕਾਰਨ ਲੱਗਾ ਜਦੋਂ ਉਹਨੂੰ ਪਤਾ ਲੱਗਾ ਕਿ ਯਿਸੂ ਮਸੀਹ ਨੇ ਤਾਂ ਮੇਰੀ ਸੁਣੀ ਨਹੀਂ। ਜਦੋਂ ਆਪਾਂ ਲੋਕ ਕਹਿੰਦੇ ਆ ਕਿ ਪਤਾ ਨਹੀਂ ਈਸਾਈਆਂ ਨੂੰ ਕਿੰਨਾ ਕੁ ਲਾਲਚ ਆ ਕਿ ਇਹ ਚੰਗਾ ਕਰਦੇ ਨੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪਰਮੇਸ਼ਵਰ ਨੇ ਕੁਝ ਵੀ ਸਾਬਤ ਨਹੀਂ ਕਰਨਾ ਜਾਂ ਉਹ ਕਨਵਰਜ਼ਨ ਦੇ ਲਈ ਚੰਗਾ ਨਹੀਂ ਕਰਦਾ। ਵਚਨ 'ਚ ਲਿਖਿਆ ਉਹਦਾ ਇਗਨੋਰ ਕਰਦਾ, ਲੋਕਾਂ ਨੂੰ ਉਹਨੇ ਇਗਨੋਰ ਕਰਤਾ ਤਾਂ ਕਿ ਲੋਕ ਉਹਦੀ ਵੈਲਿਊ ਨੂੰ ਸਮਝਣ। ਜਦ ਮੈਂ ਪਰਮੇਸ਼ਵਰ ਦਾ ਵਿਰੋਧੀ ਸੀਗਾ, ਆਪਣੇ ਦਾਦਾ ਜੀ ਨੂੰ ਜਿਹੜੇ ਇਨਕਮ ਟੈਕਸ ਦੇ
ਆਫੀਸਰ ਸੀਗੇ। ਕੈਂਸਰ ਹੋਣ ਤੋਂ ਬਾਅਦ ਜਦੋਂ ਸਿਸਟਰਾਂ ਘਰ ਜਾ ਕੇ ਪ੍ਰਾਰਥਨਾ ਕਰਨ ਲੱਗੀਆਂ ਤੇ ਮੈਂ ਕਿਹਾ ਅਸੀਂ ਹਿੰਦੂ ਖੱਤਰੀਆਂ ਦੇ ਵਿੱਚੋਂ ਆ, ਅਸੀਂ ਕਦੀ ਵੀ ਤੁਹਾਡੇ ਧਰਮ ਨੂੰ ਕਬੂਲ ਨਹੀਂ ਕਰਾਂਗੇ। ਤੁਹਾਡਾ ਧਰਮ ਇਹ ਗੋਰਿਆਂ ਦਾ ਭੇਜਿਆ ਹੋਇਆ, ਸਾਡਾ ਦੇਸ਼ ਵੀ ਦੋ ਪਾੜ ਕਰਤਾ, ਆਪਣਾ ਧਰਮ ਛੱਡ ਕੇ ਤਾਂ ਕਿ ਅਸੀਂ ਹੁਣ ਧਰਮ ਦੇ ਚੱਕਰ ਲੜਦੇ ਮਰਦੇ ਰਹੀਏ ਔਰ ਕ੍ਰਿਸਚਨ ਬਣ ਜਾਈਏ ਤੇ ਉਹਨਾਂ ਦਾ ਧਰਮ ਸਾਡੇ ਦੇਸ਼ 'ਚ ਆ ਜਾਵੇ ਤੇ ਇੱਕ ਤਰ੍ਹਾਂ ਦਾ ਇੰਡਾਇਰੈਕਟ ਉਹਨਾਂ ਦੇ ਤੇ ਅਸੀਂ ਦੇਸ਼ ਬਣ ਗਏ। ਫਿਰ ਜੋ ਮੀਡੀਆ ਨੇ ਸੁਣਾਇਆ ਮੈਂ ਸੁਣਿਆ, ਜੋ ਮੀਡੀਆ ਕਹਿੰਦੀ ਸੀ ਮੈਂ ਯਕੀਨ ਕੀਤਾ। ਲੇਕਿਨ ਜਿਸ ਦਿਨ ਮੈਂ ਆਪਣੀ ਫੈਮਿਲੀ ਨੂੰ ਚਰਚ ਨਹੀਂ ਜਾਣ ਦਿੱਤਾ, ਮੇਰੇ ਦਾਦਾ ਜੀ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੈਂਟਲੀ ਅਪਸੈਟ ਦੇ ਮੈਨੂੰ ਅਟੈਕ ਹੋਏ। ਪਰਮੇਸ਼ਵਰ ਦਾ ਭਾਰਾ ਹੱਥ ਮੇਰੇ ਤੇ ਆਇਆ। ਜਿਸ ਦਿਨ ਸੁਸਾਈਡ ਕਰਨੀ ਸੀਗੀ, ਉਹ ਸਿਸਟਰ ਜਿਹਨੇ ਮੇਰੇ ਘਰ ਆਪਣੀਆਂ ਭੈਣਾਂ ਨੂੰ ਆਪਣੇ ਵਲੰਟੀਅਰ ਨੂੰ ਭੇਜਦੀ ਸੀਗੀ, ਉਹਨੂੰ ਪਰਮੇਸ਼ਵਰ ਨੇ ਕਿਹਾ ਕਿ ਉਸ ਘਰ 'ਚ ਮਾਡਲ ਟਾਊਨ ਕੋਠੀ ਦੇ ਵਿੱਚ ਫਿਰ ਤੋਂ ਜਾਓ ਪ੍ਰਚਾਰ ਲੈ ਕੇ। ਉਹ ਭੈਣਾਂ ਕਹਿੰਦੀ ਅਸੀਂ ਉਸ ਘਰ ਨਹੀਂ ਜਾਣਾ। ਉਸ ਘਰ 'ਚ ਉਹਨਾਂ ਦਾ ਇੱਕ ਮੁੰਡਾ ਵੱਡਾ, ਉਹ ਸਾਡੀ ਬੜੀ ਖਿਲਾਫਤ ਕਰਦਾ, ਉਹ ਗਾਲਾਂ ਕੱਢਦਾ, ਉਹ ਇੱਥੇ ਨਹੀਂ ਆਉਣ ਦਿੰਦਾ। ਕਹਿੰਦੀ ਨਹੀਂ ਤੁਸੀਂ ਜਾਓ ਉਸ ਘਰ ਦੇ ਵਿੱਚ, ਪਰਮੇਸ਼ਵਰ ਦਾ ਆਤਮਾ ਮੈਨੂੰ ਕਹਿ ਰਿਹਾ ਕਿ ਉਹਦੀ ਕੋਈ ਵੱਡੀ ਯੋਜਨਾ ਹੈ, ਮੈਨੂੰ ਇਹ ਨਹੀਂ ਪਤਾ ਕੀ, ਪਰ ਉਸ ਘਰ 'ਚ ਜਾਓ। ਉਸ ਦਿਨ ਮੈਂ ਸੁਸਾਈਡ ਕਰਨ ਵਾਲਾ ਸੀ, ਮੈਂ ਇੰਨੇ ਨਸ਼ੇ ਕਰਨ ਲੱਗ ਗਿਆ ਸੀ। ਇਸ ਬਿਮਾਰੀ ਤੋਂ ਤੰਗ ਹੋ ਕੇ ਨਿਊਰੋਲੋਜਿਸਟ ਡਾਕਟਰਾਂ ਕੋਲ ਘੁੰਮ ਕੇ, ਕਿਉਂਕਿ ਮੈਂ ਵੀ ਡਾਕਟਰਸ ਦੀ ਫੈਮਿਲੀ ਦੇ ਵਿੱਚੋਂ ਹਾਂ। ਸਾਡੇ ਬਹੁਤ ਸਾਰੇ ਲੋਕ ਆਰਮੀ ਦੇ ਵਿੱਚ ਨੇ, ਬਹੁਤ ਸਾਰੇ ਲੋਕ ਸਰਕਾਰੀ ਅਫਸਰ ਨੇ, ਡਾਕਟਰਸ ਦੀ ਫੈਮਿਲੀ ਦੇ ਵਿੱਚੋਂ ਆ ਮੈਂ। ਜਦੋਂ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਔਰ ਜਿਸ ਦਿਨ ਸੁਸਾਈਡ ਕਰਨ ਜਾ ਰਿਹਾ ਸੀ, ਉਸੇ ਭੈਣ ਦਾ ਇੱਕ ਵਲੰਟੀਅਰ ਸਾਡੇ ਘਰ ਆ ਕੇ ਮੈਨੂੰ ਦੱਸਦਾ ਹੈ ਕਿ ਬਾਈਬਲ 'ਚ ਕਿਤੇ ਵੀ ਧਰਮ ਬਾਰੇ ਨਹੀਂ ਲਿਖਿਆ, ਬਾਈਬਲ 'ਚ ਈਸਾਈ ਧਰਮ ਬਾਰੇ ਸ਼ਬਦ ਵੀ ਨਹੀਂ ਹੈ। ਬਾਈਬਲ 'ਚ ਲਿਖਿਆ ਤੂੰ ਪਾਪੀ ਹੈ ਤੇ ਤੂੰ ਪਰਮੇਸ਼ਵਰ ਦੇ ਮੂਹਰੇ ਪਾਪ ਕੀਤਾ, ਤੂੰ ਅਗਰ ਮਾਫੀ ਮੰਗੇਗਾ ਤੇ ਪਰਮੇਸ਼ਵਰ ਤੈਨੂੰ ਮਾਫ ਕਰਨਗੇ, ਤੈਨੂੰ ਸਾਫ਼ ਕਰਨਗੇ। ਮੈਂ ਟੁੱਟ ਚੁੱਕਾ ਸੀ ਉਸ ਸਮੇਂ। ਸਾਰੀਆਂ ਧਰਮ ਦੀਆਂ ਗੱਲਾਂ, ਸਾਰੀਆਂ ਚੀਜ਼ਾਂ ਮੇਰੇ ਮਨ 'ਚੋਂ ਨਿਕਲ ਚੁੱਕੀਆਂ ਸਨ। ਮੈਂ ਉਸ ਦਿਨ ਰਾਤ ਨੂੰ 16 ਅਗਸਤ 2004 ਰਾਤ ਨੂੰ 8 ਵਜੇ ਨਸ਼ੇ ਦੇ ਵਿੱਚ ਉਸ ਘਰ ਨੂੰ ਜਿੱਥੇ ਚਰਚ ਲੱਗਦੀ ਸੀ ਵੇਖਿਆ ਔਰ ਪਰਮੇਸ਼ਵਰ ਨੂੰ ਆਪਣਾ ਜੀਵਨ ਦਿੱਤਾ ਔਰ ਪਰਮੇਸ਼ਵਰ ਨੇ ਮੈਨੂੰ ਨਸ਼ਿਆਂ ਤੋਂ ਆਜ਼ਾਦ ਕੀਤਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਚਰਚ ਵਾਲੇ ਚੰਗਾ ਕਰਦੇ ਆ ਕਨਵਰਟ ਕਰਨ ਦੇ ਲਈ, ਮੈਂ ਦੱਸਣਾ ਚਾਹੁੰਦਾ 10 ਸਾਲ ਮੇਰੀ ਚੰਗਿਆਈ ਨਹੀਂ ਹੋਈ। ਮੈਂ ਤੁਹਾਨੂੰ ਯਿਸੂ ਮਸੀਹ ਦਾ ਸੁਭਾਅ ਦੱਸਣਾ ਚਾਹੁੰਦਾ ਕਿ ਯਿਸੂ ਮਸੀਹ ਕੋਈ ਐਕਸਾਈਟਡ ਨਹੀਂ ਹੈ ਕਿ ਹਰ ਵੇਲੇ ਕਿਸੇ ਨੂੰ ਉਹ ਚੰਗਾ ਕਰਕੇ ਉਹਨੂੰ ਕਨਵਰਟ ਕਰਨਾ ਚਾਹੁੰਦੇ। 10 ਸਾਲ ਮੈਂ ਪਰਮੇਸ਼ਵਰ ਦੇ ਪਿੱਛੇ ਘੁੰਮਦਾ ਰਿਹਾ, ਪਰਮੇਸ਼ਵਰ ਤੂੰ ਮੈਨੂੰ ਚੰਗਾ ਕਿਉਂ ਨਹੀਂ ਕਰਦਾ? ਤੂੰ ਲੋਕਾਂ ਨੂੰ ਚੰਗਾ ਕਰਦਾ, ਮੇਰੇ ਗੁਆਂਢੀ ਨੂੰ ਚੰਗਾ ਕਰਦਾ, ਮੇਰੇ ਸਾਹਮਣੇ ਲੋਕ ਆ ਕੇ ਚੰਗੇ ਹੋ ਜਾਂਦੇ ਸੀ। ਪਰਮੇਸ਼ਵਰ ਮੈਨੂੰ ਚੈੱਕ ਕਰਦਾ ਸੀ, ਉਹਨੇ ਮੈਨੂੰ ਦਿਖਾਇਆ ਕਿ ਚੰਗਿਆਈ ਇੰਨੀ ਆਸਾਨ ਨਹੀਂ ਹੈਗੀ। ਮੇਰਾ ਮਕਸਦ ਚੰਗਿਆਈ ਨਾਲੋਂ ਵੀ ਵੱਡਾ ਔਰ ਮੈਂ ਪਰਮੇਸ਼ਵਰ ਦੇ ਪਿੱਛੇ ਚੱਲਦਾ ਰਿਹਾ ਔਰ ਇੱਕ ਦਿਨ ਪਰਮੇਸ਼ਵਰ ਨੇ ਮੈਨੂੰ ਚੰਗਾ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਵਰ ਨੇ ਅਗਰ ਜ਼ਬਰਦਸਤੀ ਕਰਨੀ ਹੁੰਦੀ ਤੇ ਮਿਸਰ ਦੇ ਲੋਕਾਂ ਨਾਲ ਕਰਦਾ, ਜਿੱਥੇ ਉਹਨੇ ਚਮਤਕਾਰ ਦਿਖਾਏ। ਲੇਕਿਨ ਉਹਨੇ ਕਦੀ ਨਹੀਂ ਕਿਹਾ ਜਾਓ ਇਨ ਮਿਸਰ ਦੇ ਲੋਕਾਂ ਨੂੰ ਕਹੋ ਕਿ ਯਹੋਵਾ ਤੇ ਯਕੀਨ ਕਰਨ। ਮੇਰਾ ਪਰਮੇਸ਼ਵਰ ਉਹ ਜੈਂਟਲ ਪਰਮੇਸ਼ਵਰ ਹੈ। ਜੈਂਟਲਮੈਨ ਕਦੀ ਵੀ ਇੱਕ ਦੂਜੇ ਦੇ ਬੋਝ ਨਹੀਂ ਪਾਇਆ ਕਰਦੇ, ਉਹ ਕਦੀ ਵੀ ਜ਼ਬਰਦਸਤੀ ਨਹੀਂ ਕਰਿਆ ਕਰਦੇ। ਇਸ ਲਈ ਪਰਮੇਸ਼ਵਰ ਨੇ ਜਦੋਂ ਸ਼ੈਤਾਨ ਵਿਗੜਿਆ ਔਰ 1/3 ਸਵਰਗਦੂਤ ਉਹਦੇ ਨਾਲ ਵਿਗੜੇ, ਪਰਮੇਸ਼ਵਰ ਨੇ ਕਦੀ ਵੀ ਜ਼ੋਰ ਜ਼ਬਰਦਸਤੀ ਨਾ ਕਰਕੇ ਉਹਨੂੰ ਆਪਣੀ ਮਰਜ਼ੀ ਤੇ ਛੱਡਿਆ। ਹੁਣ ਅੰਤਲੇ ਦਿਨਾਂ ਦੇ ਵਿੱਚ ਅੰਤ ਵਿੱਚ ਜਾ ਕੇ ਉਹਦਾ ਹਿਸਾਬ ਹੋਏਗਾ ਤੇ ਸ਼ੈਤਾਨ ਤੇ ਉਹਦੇ ਦੂਤਾਂ ਨੂੰ ਨਰਕ ਦੀ ਅੱਗ ਦੇ ਵਿੱਚ ਪਾਇਆ ਜਾਏਗਾ, ਅੱਗ ਦੀ ਝੀਲ ਦੇ ਵਿੱਚ ਪਾਇਆ ਜਾਏਗਾ। ਇਹ ਅਸੀਂ ਜਾਣਦੇ ਹਾਂ। ਮੈਂ ਤੁਹਾਨੂੰ ਇਹ ਮੈਸੇਜ ਇਸ ਲਈ ਦੇ ਰਿਹਾ ਹਾਂ ਕਿ ਪ੍ਰਭੂ ਯਿਸੂ ਮਸੀਹ ਉਹ ਚੰਗਾ ਕਰਦਾ ਹੈ, ਉਹ ਛੁਟਕਾਰਾ ਦਿੰਦਾ ਹੈ, ਲੇਕਿਨ ਕਿਸੇ ਨੂੰ ਸਾਬਿਤ ਕਰਨ ਦੇ ਲਈ ਨਹੀਂ, ਕਿਸੇ ਨੂੰ ਕਨਵਰਟ ਕਰਨ ਦੇ ਲਈ ਨਹੀਂ, ਉਹਦੇ ਜੀਵਨ 'ਚ ਕੰਮ ਕਰਨ ਦੇ ਲਈ, ਉਹਦੇ ਪਾਪ ਤੋਂ ਉਹਨੂੰ ਤੌਬਾ ਮਿਲ ਜਾਏ, ਉਹਦੇ ਪਾਪਾਂ ਤੋਂ ਉਹਨੂੰ ਮਾਫੀ ਮਿਲ ਜਾਏ, ਇਸ ਕੰਮ ਦੇ ਲਈ। ਉੱਚੀ ਆਵਾਜ਼ 'ਚ ਕਹੋ ਹਾਲੇਲੂਇਆ, ਉੱਚੀ ਆਵਾਜ਼ 'ਚ ਕਹੋ ਹਾਲੇਲੂਇਆ। ਅਸੀਂ ਬਾਈਬਲ ਦੇ ਵਿੱਚ ਦੇਖਿਆ ਹੈ ਜਿਹੜੇ ਲੋਕਾਂ ਨੇ ਪਰਮੇਸ਼ਵਰ ਦੇ ਵੱਲ ਮੁੜ ਕੇ ਪਰਮੇਸ਼ਵਰ ਦਾ ਪੱਲਾ ਫੜਿਆ ਹੈ, ਪਰਮੇਸ਼ਵਰ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਦਿੱਤੀ ਹੈ। ਆਮੀਨ। ਬਾਈਬਲ ਮੁਕਤੀ ਦਾ ਪ੍ਰਚਾਰ ਕਰਦੀ ਹੈ। ਅਸੀਂ ਜਾਣਦੇ ਹਾਂ ਪਰਮੇਸ਼ਵਰ ਨੇ ਕਿਹਾ ਇਹ ਚੰਗਿਆਈ ਤੇਰੀ ਮੁਕਤੀ ਦੇ ਲਈ ਹੈ। ਅਗਰ ਤੂੰ ਆਪਣਾ ਜੀਵਨ ਪਾਪ ਤੋਂ ਆਜ਼ਾਦ ਹੋ ਕੇ ਬਿਤਾਉਣਾ ਚਾਹੁੰਦਾ ਹੈ ਤੇ ਮੈਂ ਤੈਨੂੰ ਚੰਗਾ ਕਰਾਂਗਾ। ਅੰਨਾ ਆ ਕੇ ਪਰਮੇਸ਼ਵਰ ਦੇ ਕੋਲ ਰੁਕਦਾ ਹੈ। ਪਰਮੇਸ਼ਵਰ ਰੁਕਦੇ ਜਦੋਂ ਬਹੁਤ ਪੁਕਾਰਿਆ ਉਹਨੇ ਤੇ ਪਰਮੇਸ਼ਵਰ ਨੇ ਕਿਹਾ ਤੈਨੂੰ ਕੀ ਚਾਹੀਦਾ? ਪਰਮੇਸ਼ਵਰ ਨੇ ਨਹੀਂ ਕਿਹਾ ਮੈਂ ਤੈਨੂੰ ਅੱਖਾਂ ਦਿੰਦਾ ਹਾਂ, ਕਹਿੰਦਾ ਪਰਮੇਸ਼ਵਰ ਮੇਰੀਆਂ ਅੱਖਾਂ ਖੁੱਲ ਜਾਣ। ਤੇ ਯਿਸੂ ਮਸੀਹ ਨੇ ਕਿਹਾ ਜੋ ਤੂੰ ਮੰਗਿਆ ਮੈਂ ਤੈਨੂੰ ਉਹ ਵਿਸ਼ਵਾਸ ਦੇ ਨਾਲ ਦਿੰਦਾ ਹਾਂ। ਸਾਡਾ ਪਰਮੇਸ਼ਵਰ ਉਹ ਉੱਚਾ ਪਰਮੇਸ਼ਵਰ ਹੈ। ਔਰ ਮੈਂ ਗੱਲ ਦੱਸਣਾ ਚਾਹੁੰਦਾ ਹਾਂ, ਪੂਰਾ ਬਾਈਬਲ ਦਾ ਇਤਿਹਾਸ ਪੜ੍ਹ ਲਓ, ਦੁਨੀਆ ਦਾ ਇਤਿਹਾਸ ਪੜ੍ਹ ਲਓ। ਜਿਸ ਸਰਕਾਰ ਨੇ, ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਰਾਜਿਆਂ ਨੇ ਪਰਮੇਸ਼ਵਰ ਦੇ ਲੋਕਾਂ ਦੀ ਮਦਦ ਕੀਤੀ ਹੈ, ਪਰਮੇਸ਼ਵਰ ਨੇ ਉਹਨਾਂ ਨੂੰ ਉੱਚਾ ਕੀਤਾ ਹੈ ਔਰ ਵਧਾਇਆ ਹੈ ਔਰ ਆਸ਼ੀਸ਼ਿਤ ਕੀਤਾ ਹੈ। ਪੜ੍ਹ ਲਓ, ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ ਪੜ੍ਹ ਲਓ, ਪਰਮੇਸ਼ਵਰ ਦੇ ਜਨਮ ਤੋਂ ਬਾਅਦ ਚ ਪੜ੍ਹ ਲਓ।
ਇਤਿਹਾਸ ਦੀਆਂ ਪੁਸਤਕਾਂ ਪੜ੍ਹ ਲਓ, ਉਹਨਾਂ ਪੁਸਤਕਾਂ ਨੂੰ ਪੜ੍ਹ ਲਓ ਜਿਹੜੀਆਂ ਕ੍ਰਿਸਚਨ ਲੋਕਾਂ ਨੇ ਵੀ ਨਹੀਂ ਲਿਖੀਆਂ, ਜਿਹੜੀਆਂ ਇਤਿਹਾਸਕਾਰਾਂ ਨੇ ਲਿਖੀਆਂ, ਜਿਹੜੀਆਂ ਦੂਜੇ ਧਰਮ ਦੇ ਲੋਕਾਂ ਨੇ ਲਿਖੀਆਂ। ਤੁਹਾਨੂੰ ਪਤਾ ਲੱਗੂਗਾ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪਰਮੇਸ਼ਵਰ ਦੇ ਲੋਕਾਂ ਦੀ ਮਦਦ ਕੀਤੀ ਹੈ। ਯੂਸੁਫ ਕੌਣ ਸੀਗਾ? ਇੱਕ ਕ੍ਰਿਸਚਨ ਵਿਅਕਤੀ, ਇੱਕ ਯਹੂਦੀ, ਇੱਕ ਪਰਮੇਸ਼ਵਰ ਯਹੋਵਾ ਨੂੰ ਮੰਨਣ ਵਾਲਾ। ਤੇ ਬਾਈਬਲ ਦੇ ਵਿੱਚ ਲਿਖਿਆ ਉਹਨੇ ਮਿਸਰ ਦੇ ਵਿੱਚ ਜਾ ਕੇ ਰਾਜੇ ਨੂੰ ਬਚਾਇਆ ਤੇ ਦੱਸਿਆ ਕਿ 7 ਸਾਲ ਬਹੁਤਾਇਤ ਦੀ ਫਸਲ ਹੋਏਗੀ ਔਰ 7 ਸਾਲ ਅਕਾਲ ਦੇ ਹੋਣਗੇ, ਪਰ ਜੇ ਉਹ ਅਕਾਲ ਤੂੰ ਨਾ ਧਿਆਨ ਨਾਲ ਸੰਭਾਲਿਆ ਤੇ ਉਹ ਅਕਾਲ ਸਾਰਾ ਕੁਝ ਖਾ ਜਾਏਗਾ। ਤੇ ਵਚਨ 'ਚ ਲਿਖਿਆ ਉਹਨਾਂ ਨੇ 5ਵਾਂ ਹਿੱਸਾ ਅਨਾਜ ਦਾ 7 ਸਾਲ ਜਮ੍ਹਾਂ ਕਰਨਾ ਸ਼ੁਰੂ ਕੀਤਾ ਤਾਂ ਕਿ ਅਗਲੇ 7 ਸਾਲ ਪੂਰੀ ਦੁਨੀਆ ਉਹਨਾਂ ਕੋਲ ਅਨਾਜ ਲੈਂਦੀ ਰਹੀ। ਔਰ ਵਚਨ 'ਚ ਲਿਖਿਆ ਸਾਰੀ ਭੂਮੀ ਫਿਰੌਨ ਦੇ ਹੱਥ ਵਿੱਚ ਆ ਗਈ, ਉਹ ਇੰਨਾ ਅਮੀਰ ਹੋ ਗਿਆ। ਕ੍ਰਿਸਚਨ ਲੋਕ ਸਰਕਾਰਾਂ ਦੇ ਲਈ ਹਮੇਸ਼ਾ ਆਸ਼ੀਸ਼ ਦਾ ਕਾਰਨ ਰਹੇ ਨੇ। ਇੱਥੇ ਦੇਖ ਲਓ, ਦੁਨੀਆ ਦੇ ਵਿੱਚ ਦੇਖ ਲਓ, ਕ੍ਰਿਸਚਨ ਲੋਕ ਹਮੇਸ਼ਾ ਲੋਕਾਂ ਦੇ ਲਈ ਬਰਕਤ ਦਾ ਕਾਰਨ ਰਹੇ ਨੇ। ਮੇਰਾ ਵਿਸ਼ਵਾਸ ਹੈ ਕਿ ਤੁਸੀਂ, ਮੈਂ ਔਰ ਅਸੀਂ ਸਾਰਾ ਮਸੀਹ ਸਮਾਜ ਇਸ ਪੰਜਾਬ ਦੇ ਲਈ, ਇਸ ਇੰਡੀਆ ਦੇ ਲਈ ਹਮੇਸ਼ਾ ਬਰਕਤ ਦਾ ਹੀ ਕਾਰਨ ਠਹਿਰਾਂਗੇ। ਆਮੀਨ। ਉੱਚਾ ਆਸ਼ੀਸ਼ ਸਾਡੀ ਔਰ ਤੁਹਾਡੀ ਸਾਰਿਆਂ ਦੀ ਹੈ। ਹਾਲੇਲੂਇਆ। ਉੱਚੀ ਆਵਾਜ਼ ਸੇ ਕਹੋ ਹਾਲੇਲੂਇਆ। ਇੱਕੋ ਹੀ ਡਿਸੀਜਨ ਆਪਾਂ ਲੈਣਾ ਅੱਜ। ਵਚਨ ਦੇ ਵਿੱਚ ਲਿਖਿਆ ਜਦ ਅਸੀਂ ਰੱਬ ਦੇ ਨੇੜੇ ਜਾਵਾਂਗੇ, ਅਸੀਂ ਕਿਸੇ ਵੀ ਧਰਮ ਜਾਤੀ ਦੇ ਕਿਉਂ ਨਹੀਂ ਹੈਗੇ। ਲਿਖਿਆ ਇੱਕ ਵਿਅਕਤੀ ਆਪਣੀ ਪਤਨੀ ਔਰ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਬੈਤਲਹਮ ਨੂੰ ਛੱਡ ਕੇ ਮੁਆਬ ਦੇਸ਼ ਚੱਲਾ। ਬੈਤਲਹਮ ਉੱਚਾ ਦੇਸ਼ ਹੈ ਜਿਹਦਾ ਮਤਲਬ ਹੈ ਰੋਟੀ ਦਾ ਘਰ। ਤੇ ਉਹ ਐਸੇ ਦੇਸ਼ ਚੱਲਾ ਜਿੱਥੇ ਪਰਮੇਸ਼ਵਰ ਦੀ ਆਰਾਧਨਾ ਨਹੀਂ ਸੀ ਹੁੰਦੀ। ਤੇ ਵਚਨ 'ਚ ਲਿਖਿਆ ਉੱਥੇ ਜਾ ਕੇ ਉਹ ਮਰ ਗਿਆ। ਉਸ ਤੋਂ ਬਾਅਦ ਉਹਦੇ ਦੋਨੇ ਪੁੱਤਰ ਮਰ ਗਏ। ਸਿਰਫ 2 ਉਹਦੀਆਂ ਨੂੰਹਾਂ ਰਹਿ ਗਈਆਂ। ਨਿਓਮੀ ਜਦੋਂ ਦੇਖਣ ਲੱਗੀ ਕਿ ਮੇਰਾ ਸਾਰਾ ਕੁਝ ਖਤਮ ਹੋ ਗਿਆ ਤੇ ਪਰਮੇਸ਼ਵਰ ਨੇ ਬੈਤਲਹਮ ਜਿੱਥੇ ਮੈਂ ਰਹਿੰਦੀ ਸੀ ਉੱਥੇ ਫਿਰ ਤੋਂ ਰੋਟੀ ਦਿੱਤੀ, ਆਸ਼ੀਸ਼ ਦਿੱਤੀ ਹੈ। ਜਦੋਂ ਵਾਪਸ ਆਈ ਤਾਂ ਲੋਕਾਂ 'ਚ ਹਲਚਲ ਮਚੀ ਤੇ ਲੋਕੀ ਕਹਿਣ ਲੱਗੇ ਨਿਓਮੀ ਵਾਪਸ ਆਈ। ਕਹਿੰਦੀ ਮੈਨੂੰ ਨਿਓਮੀ ਨਾ ਕਹੋ, ਮੈਨੂੰ ਕੀ ਕਹੋ? ਮਾਰਾ ਕਹੋ, ਕਿਉਂਕਿ ਪਰਮੇਸ਼ਵਰ ਨੇ ਮੈਨੂੰ ਕੋੜਾ ਕਰ ਦਿੱਤਾ। ਅੱਜ ਅਸੀਂ ਜਿੱਥੇ ਮਰਜ਼ੀ ਹੋਈਏ, ਜਿਸ ਮਰਜ਼ੀ ਧਰਮ ਜਾਂ ਜਾਤ ਦੇ ਹੋਈਏ, ਜਦ ਅਸੀਂ ਰੱਬ ਤੋਂ ਮੁੱਖ ਮੋੜਾਂਗੇ ਤਦ ਅਸੀਂ ਖਾਲੀ ਹੋਵਾਂਗੇ ਤੇ ਕੜਵੇ ਹੋਵਾਂਗੇ। ਤੇ ਵਚਨ 'ਚ ਲਿਖਿਆ ਉਹ ਖਾਲੀ ਹੋ ਕੇ, ਕੜਵੀ ਹੋ ਕੇ ਆਪਣੇ ਘਰ ਬੈਤਲਹਮ ਪਰਮੇਸ਼ਵਰ ਦੇ ਘਰ ਵਾਪਸ ਆਈ। ਲੇਕਿਨ ਪਰਮੇਸ਼ਵਰ ਜਿਹੜਾ ਤੁਹਾਨੂੰ ਕਿਤੋਂ ਵੀ ਚੁੱਕ ਸਕਦਾ ਹੈ, ਉਹਨੇ ਉਸ ਨਿਓਮੀ ਨੂੰ ਬਾਈਬਲ 'ਚ ਲਿਖਿਆ ਚੁੱਕਿਆ। ਰੂਤ ਦੇ ਲਈ ਇੱਕ ਫਿਰ ਪਤੀ ਦਾ ਇੰਤਜ਼ਾਮ ਕੀਤਾ ਔਰ ਪਰਮੇਸ਼ਵਰ ਨੇ ਉਹਦੇ ਦੁਆਰਾ ਦਾਊਦ ਨੂੰ ਪੈਦਾ ਕੀਤਾ, ਡੇਵਿਡ ਨੂੰ ਪੈਦਾ ਕੀਤਾ, ਡੇਵਿਡ ਦੇ ਘਰਾਣੇ 'ਚ ਸੁਲੇਮਾਨ ਨੂੰ ਪੈਦਾ ਕੀਤਾ ਔਰ ਉਸ ਘਰਾਣੇ 'ਚ ਯੀਸ਼ੂ ਮਸੀਹ ਨੂੰ ਪੈਦਾ ਕੀਤਾ। ਮੇਰਾ ਵਿਸ਼ਵਾਸ ਹੈ ਅੱਜ ਤੁਸੀਂ ਜਿੰਨੇ ਵੀ ਲੋਕ ਇੱਥੇ ਮੌਜੂਦ ਹੋ, ਇੱਕੋ ਹੀ ਫੈਸਲਾ ਕਰਕੇ ਜਾਣਾ ਕਿ ਰੱਬ ਤੋਂ ਵਿਮੁਖ ਅਸੀਂ ਨਹੀਂ ਹੋਵਾਂਗੇ। ਸਾਡੇ ਚਿਹਰੇ, ਸਾਡਾ ਜੀਵਨ ਰੱਬ ਦੇ ਵੱਲ ਵਧੇਗਾ। ਜਿੰਨੀਆਂ ਮਰਜ਼ੀ ਪ੍ਰੀਖਿਆਵਾਂ ਹੋਣ, ਉਹ ਵੀ ਪ੍ਰੀਖਿਆ ਸੀਗੀ ਕਿ ਬੈਤਲਹਮ ਜਿਹਦਾ ਮਤਲਬ ਰੋਟੀ ਦਾ ਘਰ ਹੈ, ਉੱਥੇ ਅੰਨ ਖਤਮ ਹੋ ਗਿਆ। ਪਰ ਉਹਨੂੰ ਵਿਸ਼ਵਾਸ ਕਰਨਾ ਚਾਹੀਦਾ ਸੀ ਕਿ ਮੇਰਾ ਪਰਮੇਸ਼ਵਰ ਮੇਰਾ ਚਰਵਾਹਾ ਹੈ, ਉਹ ਮੇਰਾ ਇੰਤਜ਼ਾਮ ਕਰੇਗਾ। ਪਰ ਉਹਨੇ ਵਿਸ਼ਵਾਸ ਨਹੀਂ ਕੀਤਾ, ਬਲਕਿ ਉਹ ਦੂਰ ਹੋ ਗਿਆ। ਔਰ ਵਚਨ ਦੇ ਵਿੱਚ ਲਿਖਿਆ ਜਦੋਂ ਦੂਰ ਹੋਇਆ ਹੋਰ ਮੁਸੀਬਤਾਂ ਉਹਦੀ ਜ਼ਿੰਦਗੀ ਦੇ ਵਿੱਚ ਆਈਆਂ। ਅੱਜ ਅਸੀਂ ਇੱਕੋ ਹੀ ਫੈਸਲਾ ਕਰੀਏ, ਰੱਬ ਦੇ ਵੱਲ ਵਧੀਏ, ਉਹਦੇ ਵੱਲ ਮੂੰਹ ਕਰੀਏ, ਉਹਦੇ ਭਵਨਾਂ ਦੇ ਵੱਲ ਵਧੀਏ, ਆਪਣਾ ਜੀਵਨ ਪਰਮੇਸ਼ਵਰ ਦੇ ਭਵਨਾਂ ਦੇ ਵਿੱਚ ਜੋੜ ਲਈਏ, ਰੱਬ ਦੇ ਵਿੱਚ ਜੋੜ ਲਈਏ। ਫਿਰ ਤੁਹਾਡੀ ਜ਼ਿੰਦਗੀ ਜਿੰਨੀ ਮਰਜ਼ੀ ਨਿਚਲੇ ਸਥਾਨ 'ਚ ਕਿਉਂ ਨਹੀਂ ਹੈਗੀ, ਜਲਦੀ ਰੱਬ ਉਹਨੂੰ ਉੱਚਾ ਕਰੇਗਾ ਔਰ ਉਹ ਐਸੇ ਤਰੀਕਿਆਂ ਨਾਲ ਕਰੇਗਾ, ਐਸੇ ਤਰੀਕਿਆਂ ਨਾਲ ਕਰੇਗਾ। ਆਮੀਨ। ਉੱਚਾ ਚਰਚ ਕਿਉਂਕਿ ਤੁਸੀਂ ਹੋਣ ਵਾਲੇ ਹੋ ਉੱਚਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਮੇਰਾ ਇਹ ਵਿਸ਼ਵਾਸ ਹੈ ਕਿ ਤੁਸੀਂ ਪਰਮੇਸ਼ਵਰ ਦੇ ਤੋਂ ਵਿਮੁਖ ਨਾ ਹੋਵੋਗੇ, ਪਰਮੇਸ਼ਵਰ ਦੇ ਵੱਲ ਵਧੋਗੇ, ਕਿਉਂਕਿ ਪਰਮੇਸ਼ਵਰ ਪਾਪੀਆਂ ਦੇ ਲਈ ਆਇਆ। ਆਮੀਨ। ਕਾਹਦੇ ਲਈ ਆਇਆ ਉਹ? ਮੈਂ ਵੀ ਇੱਕ ਪਾਪੀ ਸੀਗਾ, ਹਰ ਤਰ੍ਹਾਂ ਦਾ ਪਾਪ ਕਰਦਾ ਸੀ, ਪਰ ਉਦੋਂ ਲੋਕ ਬੁਰਾ ਨਹੀਂ ਸੀ ਕਹਿੰਦੇ। ਹਰ ਤਰ੍ਹਾਂ ਦਾ ਗੁਨਾਹ ਕਰਦਾ ਸੀ, ਲੇਕਿਨ ਪਰਮੇਸ਼ਵਰ ਨੇ ਕਦੀ ਨਹੀਂ ਕਿਹਾ ਤੂੰ ਮੇਰਾ ਵਿਰੋਧੀ ਸੀਗਾ, ਮੈਂ ਤੈਨੂੰ ਮਾਰ ਸੁੱਟਾਂਗਾ। ਅਗਰ ਉਹ ਮੈਨੂੰ ਮਾਰ ਦਿੰਦਾ ਤੇ ਅੱਜ ਮੈਂ ਇੱਥੇ ਨਾ ਹੁੰਦਾ। ਬਹੁਤ ਸਾਰੇ ਲੋਕ ਇਸ ਗੱਲ ਦਾ ਗਲਤ ਮੀਨਿੰਗ ਨਿਕਾਲਣ ਦੀ ਕੋਸ਼ਿਸ਼ ਕਰਦੇ। ਜਦੋਂ ਅਸੀਂ ਕਹਿੰਦੇ ਕਿ ਪਾਪੀ ਨੂੰ ਮਾਫ ਕਰੋ, ਬਲਾਤਕਾਰੀਆਂ ਨੂੰ ਮਾਫ ਕਰੋ, ਉਹਦਾ ਮਤਲਬ ਉਹਨਾਂ ਦੀ ਸਜ਼ਾ ਮਾਫ ਕਰਨੀ ਨਹੀਂ ਹੈਗੀ। ਬਲਾਤਕਾਰੀਆਂ ਨੂੰ ਦਿਓ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਮੈਂ ਦੁਬਈ 'ਚ ਕਈ ਵਾਰ ਰਹਿਣਾ
ਉਹਦੇ ਕੋਈ ਬਲਾਤਕਾਰ ਨਹੀਂ ਹੁੰਦੇ। ਕਿਉਂ? ਲਾਅ ਸਟਰੋਂਗ ਨੇ ਉੱਥੇ ਦੇ, ਲਾਅ ਮਜ਼ਬੂਤ ਨੇ ਉੱਥੇ ਦੇ। ਦਿਓ ਬਲਾਤਕਾਰੀਆਂ ਨੂੰ ਸਜ਼ਾ ਕਿਉਂ ਦੇਣੀ? ਫਾਂਸੀ ਦਿਓ। ਅਗਰ ਤੁਹਾਨੂੰ ਸਾਈਨ ਚਾਹੀਦੇ ਨੇ, ਮੈਂ ਤੁਹਾਨੂੰ 10 ਦਿਨ 'ਚ 10 ਲੱਖ ਆਪਣੇ ਬਲੀਵਰ ਦੇ ਸਾਈਨ ਦਿੰਨਾ, 10 ਦਿਨਾਂ ਦੇ ਅੰਦਰ ਦਿਓ ਫਾਂਸੀ। ਮੈਂ ਆਤਮਿਕ ਮਾਫੀ ਦੀ ਗੱਲ ਕਰ ਰਿਹਾ ਕਿ ਲੋਕਾਂ ਨੂੰ ਪਰਮੇਸ਼ਵਰ ਪਛਤਾਤਾਪ ਕਰਨ ਦਾ ਮੌਕਾ ਦਿੰਦਾ ਹੈ। ਤੇ ਲੋਕਾਂ ਨੂੰ ਪਤਾ ਚੱਲੇ ਕਿ ਅਗਰ ਉਹਨਾਂ ਨੇ ਰੇਪ ਕੀਤਾ, ਕਤਲ ਕੀਤਾ, ਚੋਰੀ ਕੀਤੀ, ਤੇ ਅਸੀਂ ਪਛਤਾਤਾਪ ਕਰਨਾ ਹੈ, ਅਸੀਂ ਪਛਤਾਵਾ ਕਰਨਾ ਹੈ। ਅਸੀਂ ਕਮਾਂਡ ਨਹੀਂ ਕਰਨਾ ਇਹਨਾਂ ਪਾਪਾਂ ਦੇ ਉੱਤੇ, ਅਸੀਂ ਪਛਤਾਵਾ ਕਰੀਏ ਤੇ ਰੱਬ ਦੇ ਵੱਲ ਮੁੜੀਏ, ਜਿਹਨੇ ਕੋਈ ਧਰਮ ਨਹੀਂ ਬਣਾਇਆ, ਕੋਈ ਜਾਤ ਨਹੀਂ ਬਣਾਈ। ਜਿੱਦਣ ਮੈਨੂੰ ਵਚਨ ਮਿਲਿਆ ਸੀ, ਇੱਕੋ ਗੱਲ ਕਹੀ ਸੀ ਕਿ ਬਾਈਬਲ ਦੇ ਵਿੱਚ ਕਿਸੇ ਧਰਮ ਦਾ ਨਹੀਂ, ਪਰਮੇਸ਼ਵਰ ਦਾ ਜ਼ਿਕਰ ਹੈ। ਔਰ ਬਾਕੀ ਜ਼ਿੰਦਗੀ ਤੁਹਾਡੇ ਸਾਹਮਣੇ ਮੇਰੀ ਹੈ ਕਿ ਪਰਮੇਸ਼ਵਰ ਨੇ ਮੈਨੂੰ ਕਿਸ ਤਰ੍ਹਾਂ ਆਸ਼ੀਸ਼ਿਤ ਕੀਤਾ ਹੈ। ਮੇਰੀ ਪ੍ਰਾਰਥਨਾ ਹੈ ਅੱਜ ਕਿ ਤੁਸੀਂ ਰੱਬ ਦੇ ਵੱਲ ਮੁੜੋਗੇ, ਆਪਣਾ ਜੀਵਨ ਪਰਮੇਸ਼ਵਰ ਨੂੰ ਦੇ ਦੋਗੇ। ਫਿਰ ਜਿੰਨੇ ਮਰਜ਼ੀ ਨੀਵੇਂ ਪੱਧਰ ਤੇ ਤੁਸੀਂ ਕਿਉਂ ਨਾ ਬੈਠੇ ਹੋਵੋ, ਮੇਰਾ ਪਰਮੇਸ਼ਵਰ ਜਿਹਨੇ ਮੈਨੂੰ ਉੱਚਾ ਕੀਤਾ, ਉਹ ਤੁਹਾਨੂੰ ਉੱਚਾ ਕਰੇਗਾ, ਉਹ ਤੁਹਾਡੇ ਪਰਿਵਾਰਾਂ ਨੂੰ ਉੱਚਾ ਕਰੇਗਾ। ਓ ਆਮੀਨ। ਉੱਚਾ ਚਾਹੀਦਾ ਚਰਚ, ਆਮੀਨ। ਉੱਚਾ ਚਾਹੀਦਾ ਚਰਚ। ਹਾਲੇਲੂਇਆ, ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਰੱਬ ਦੇ ਵੱਲ ਮੁੜੋਗੇ। आमीन। रोमियो 10:9 आयत से लिखा है, यदि तू अपने मुंह से यीशु को प्रभु जानकर अंगीकार करे और अपने मन से विश्वास करे कि प्रभु ने उसे मरे हुओं में से जिलाया है, तो तू निश्चय उद्धार पाएगा। क्योंकि धार्मिकता के लिए मन से विश्वास किया जाता है और उद्धार के लिए मुंह से अंगीकार किया जाता है। क्योंकि पवित्र शास्त्र यह कहता है कि जो कोई यीशु पर विश्वास करेगा वो शर्मिंदा ना होगा। यहूदियों और यूनानियों में कुछ भेद नहीं। इसका मतलब बॉर्न क्रिश्चियंस, नॉन क्रिश्चियंस, परमेश्वर इनमें कोई भेद नहीं करता, इसलिए कि वो सबका प्रभु है और अपने सब नाम लेने वालों के लिए उदार है। क्योंकि जो कोई प्रभु का नाम लेगा वो उद्धार पाएगा। सब बोलो आमीन। प्रभु ने आख्या, चाहे तुसी नॉन क्रिश्चियन हो चाहे क्रिश्चियन हो, ਉਹਦੇ ਘਰ 'ਚ ਕੋਈ ਭੇਦ ਨਹੀਂ। ਜਿਹੜਾ ਕੋਈ ਉਹਦਾ ਨਾਮ ਲਏਗਾ ਉਹ ਨਸ਼ਿਆਂ ਤੋਂ, ਬਿਮਾਰੀਆਂ ਤੋਂ, ਕਲੇਸ਼ਾਂ ਤੋਂ, ਪਾਪਾਂ ਤੋਂ ਮੁਕਤੀ ਪਾਏਗਾ, ਉੱਪਰ ਅਨੰਤ ਜੀਵਨ ਪਾਏਗਾ, ਸਵਰਗ ਦਾ ਵਾਰਿਸ ਹੋਏਗਾ, ਧਰਤੀ ਉੱਤੇ ਵੀ ਚੰਗਾ ਜੀਵਨ ਜੀਏਗਾ। ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ਿਤ ਕਰਦਾ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। परमेश्वर के दास के द्वारा दिए गए जीवित वचनों और गहरे आत्मिक भेदों को जानने के लिए आप हमारे YouTube चैनल को अभी सब्सक्राइब करें और बेल आइकन को दबाना ना भूलें, ताकि हर एक नई अपडेट और अनाउंसमेंट सबसे पहले आप तक पहुंच सके।